ਲੜੀਵਾਰ ਕਥਾ ਰਾਗ ਧਨਾਸਰੀ ਦੇ ਅੰਦਰ ਆਪਾਂ ਵਿਚਾਰ ਰਹੇ ਹਾਂ। 679 ਅੰਗ ਹੈ। 31 ਸ਼ਬਦ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। 32ਵਾਂ ਸ਼ਬਦ ਰਾਗ ਧਨਾਸਰੀ ਦਾ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ। ਘਰ ਅੱਠਵਾ। ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ। ਮਹੱਲਾ ਪੰਜਵਾਂ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ। ਘਰ ਅੱਠਵਾਂ। ਅੱਠਵੇਂ ਘਰ ਸੁਰ ਤਾਲ ਵਿੱਚ ਪਵਿੱਤਰ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਦੋ ਪਦੇ, ਦੋ ਪਦਿਆਂ ਵਾਲੇ ਸ਼ਬਦ ਨੇ। ਅਕਸਰ ਅਸੀਂ ਪੌੜੀਆਂ ਕਹਿ ਦਿੰਦੇ ਹਾਂ ਵੀ ਦੋ ਪੌੜੀਆਂ ਵਾਰਾਂ ਵਿੱਚ ਹੁੰਦੀਆਂ, ਪਰ ਆਪਣੇ ਬੋਲ ਚਾਲ ਦੇ ਵਿੱਚ ਆਪਾਂ ਅਕਸਰ ਇਹ ਸ਼ਬਦ ਵਰਤ ਲੈਂਦੇ ਹਾਂ ਕਿ ਜਪਜੀ ਸਾਹਿਬ ਦੀਆਂ 5 ਪੌੜੀਆਂ 6 ਪੌੜੀਆਂ, ਆਨੰਦ ਸਾਹਿਬ ਦੀਆਂ 5 ਪੌੜੀਆਂ 6 ਪੌੜੀਆਂ। ਦਰਅਸਲ ਉਹ ਪਦੇ ਹਨ। ਪੌੜੀ ਦਾ ਸਰੂਪ ਵਾਰਾਂ ਦੇ ਵਿੱਚ ਹੈ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਨੇ ਉਹਨਾਂ ਵਿੱਚ ਪੌੜੀਆਂ ਹੁੰਦੀਆਂ। ਸੁਭਾਵਿਕ ਬੋਲ ਚਾਲ ਵਿੱਚ ਆਪਾਂ ਇਹ ਵਰਤ ਲੈਂਦੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਦੋ ਪਦਿਆਂ ਵਾਲੇ ਜਿਹੜੇ ਸ਼ਬਦ ਨੇ ਉਹ ਆਰੰਭ ਕਰ ਰਹੇ ਨੇ। ਮੰਗਲਾਚਰਨ ਕਰਦੇ ਨੇ। ਇੱਕ ਜੋ ਅਦੁੱਤੀ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਸਿਮਰੋ, ਹੇ ਭਾਈ ਸਿਮਰੋ, ਕਿਉਂਕਿ ਤਿਸ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਸੁਖ ਪ੍ਰਾਪਤ ਹੋ। ਸੁਖ ਪਾਓਗੇ ਜਦੋਂ ਸਿਮਰੋਗੇ। ਐਸਾ ਨਹੀਂ ਕਿ ਸਿਮਰਨ ਅੱਜ ਕੀਤਾ ਤੇ ਸੁਖ ਉਹਦਾ 10 ਸਾਲ ਬਾਅਦ ਮਿਲਣਾ। ਜਦੋਂ ਸਿਮਰੋਗੇ ਉਦੋਂ ਹੀ ਸੁਖੀ ਹੋ ਜਾਓਗੇ। ਸਿਮਰੋਗੇ ਸੁਖੀ ਹੋਵੋਗੇ, ਇਹਦੇ 'ਚ ਕੋਈ ਦੁਚਿੱਤੀ ਨਹੀਂ। ਸਿਮਰਨ ਦਾ ਫੁਰਨਾ ਹੀ ਕਰ ਲਓ ਵੀ ਸਵੇਰੇ ਸਿਮਰਨ ਕਰਨਾ, ਉਸ ਫੁਰਨੇ ਨਾਲ ਹੀ ਆਨੰਦ ਬਣ ਜਾਂਦਾ। ਸਿਮਰਨ ਦਾ ਫੁਰਨਾ ਵੀ ਆਨੰਦ ਦੇ ਰਿਹਾ ਹੈ ਤੇ ਸਿਮਰਨ ਵਿੱਚ ਤਾਂ ਖੇੜਾ ਹੋਵੇਗਾ ਹੀ। ਇਹ ਤਾਂ ਸੁਭਾਵਿਕ ਹੈ। ਮਨ ਵਿੱਚ ਪਰੇਸ਼ਾਨੀ ਹੈ, ਮਨ ਚਿੰਤਤ ਹੈ, ਮਨ ਦੁਖੀ ਹੈ, ਸੁਰਤ ਸਿਮਰਨ ਵਿੱਚ ਜੁੜ ਜਾਏ ਤਾਂ ਉਸੇ ਵਕਤ ਸਾਰੀ ਚਿੰਤਾ, ਸਾਰੇ ਫਿਕਰ ਸਿਮਰਨ ਦੁਆਰਾ ਨਿਰਵਿਰਤ ਹੋ ਜਾਂਦੇ ਨੇ ਤੇ ਫਿਰ ਜਦੋਂ ਸਿਮਰਿਆ ਉਦੋਂ ਹੀ ਸੁੱਖ ਮਿਲ ਗਿਆ।
ਤੋ ਗੁਰਦੇਵ ਕਹਿੰਦੇ ਸਿਮਰੋ, ਕਿਉਂਕਿ ਸਿਮਰ ਸਿਮਰ ਕੇ ਹੀ ਸੁਖ ਪਾਵੋਗੇ। ਔਰ ਸਿਮਰੋ ਕਿਵੇਂ? ਸਾਸ ਸਾਸ ਸੰਭਾਲੇ। ਕਹਿੰਦੇ ਆਪਣੇ ਹਰ ਇੱਕ ਸਾਹ ਨਾਲ ਉਹਦੇ ਨਾਮ ਦੀ ਸੰਭਾਲ ਕਰੋ, ਹਰ ਸਾਹ ਨਾਲ। ਸਵਾਸ ਸਵਾਸ ਪਰਮੇਸ਼ਰ ਦਾ ਨਾਮ ਸੰਭਾਲੋ, ਹਰ ਸਾਹ ਨਾਲ ਪਰਮੇਸ਼ਰ ਦਾ ਚਿੰਤਨ ਕਰੋ। ਕਿਆ ਜਾਣੀਏ ਅੰਤਲਾ ਸਾਹ ਕਿਹੜਾ? ਤੋ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਸੰਭਾਲ ਕਰੋ। ਇਹ ਗੁਰਦੇਵ ਦਾ ਹੁਕਮ ਹੈ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਇਹ ਜਿਹੜਾ ਅੰਮ੍ਰਿਤ ਨਾਮ ਹੈ, ਲੋਕ ਤੇ ਪਰਲੋਕ ਵਿੱਚ ਮੇਰੇ ਨਾਲ ਰਹਿ ਕੇ ਮੇਰੀ ਸਹਾਇਤਾ ਕਰਨ ਵਾਲਾ ਹੈ। ਸੰਗ ਸਹਾਈ। ਪਾਤਸ਼ਾਹ ਕਹਿੰਦੇ ਸੰਗ ਸਹਾਈ ਸੋ ਆਵੈ ਨਾ ਚੀਤ। ਜਿਹੜਾ ਸੰਗ ਰਹਿਣ ਵਾਲਾ ਤੇ ਸਹਾਇਤਾ ਕਰਨ ਵਾਲਾ, ਉਹ ਬੰਦੇ ਨੂੰ ਚੇਤੇ ਹੀ ਨਹੀਂ ਆਉਂਦਾ। ਤੋ ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਐਸਾ ਹੈ ਜਿਹੜਾ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਮੇਰੇ ਸੰਗ ਨਾਲ ਨਿਭਣ ਵਾਲਾ ਹੈ, ਮੇਰੀ ਸਹਾਇਤਾ ਕਰਨ ਵਾਲਾ। ਜਤ ਕਤ ਮੋਹਿ ਰਖਵਾਲੇ, ਜਦੋਂ ਕਦੋਂ ਮੇਰੀ ਰੱਖਿਆ ਕਰਨ ਵਾਲਾ। ਜਤ ਕਤ ਦਾ ਮਤਲਬ ਜਦੋਂ ਕਦੋਂ, ਯਾਨੀ ਕਿ ਹਰ ਵੇਲੇ ਇਹੀ ਅੰਮ੍ਰਿਤ ਨਾਮ ਮੇਰੀ ਰੱਖਿਆ ਕਰਨ ਵਾਲਾ ਰਖਵਾਲਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ। ਕਹਿੰਦੇ ਭਾਈ ਇਹ ਜਿਹੜਾ ਗੁਰੂ ਕਾ ਬਚਨ ਹੈ ਨਾ, ਇਹ ਵਾਹਿਗੁਰੂ ਗੁਰਮੰਤਰ ਗੁਰੂ ਕਾ ਬਚਨ ਹੈ ਨਾ, ਸਤਿਗੁਰਾਂ ਨੇ ਮੁਖੋਂ ਉਚਾਰ ਕੇ ਸਾਨੂੰ ਦਿੱਤਾ। ਇਹ ਗੁਰੂ ਕਾ ਬਚਨ ਜਿਸ ਦੇ ਜੀ ਵਿੱਚ ਵਸਦਾ ਹੈ, ਜਿਸ ਦੇ ਹਿਰਦੇ ਵਿੱਚ ਵਸਦਾ ਹੈ। ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ। ਇਹ ਨਾਮ ਬਰਕਤ ਐਸੀ ਹੈ, ਜਿਸ ਦੇ ਹਿਰਦੇ ਵਿੱਚ ਵਸਦਾ ਉੱਥੇ ਹੀ ਰਹਿੰਦਾ ਹੈ। ਇਹਨੂੰ ਨਾ ਤਾਂ ਪਾਣੀ ਡੋਬ ਸਕਦਾ ਤੇ ਨਾ ਹੀ ਕੋਈ ਚੋਰ ਚੋਰੀ ਕਰ ਸਕਦਾ। ਪਾਣੀ ਡੋਬ ਨਹੀਂ ਸਕਦਾ। ਇਸੇ ਤਰ੍ਹਾਂ ਤਸਕਰ ਨਾਮ ਹੁੰਦਾ ਚੋਰ ਦਾ, ਚੋਰ ਚੋਰੀ ਨਹੀਂ ਕਰ ਸਕਦਾ। ਗੁਰੂ ਘਰ ਦੇ ਇੱਕ ਮਹਾਨ ਅਨੰਨ ਸੇਵਕ ਹੋਏ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਸੇਵਕ ਭਾਈ ਸਾਹਿਬ ਭਾਈ ਬਿਧੀ ਚੰਦ ਜੀ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਵਡਿਆਈ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਦਿੱਤੀ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਲਾਹੌਰ ਤੋਂ ਘੋੜੇ ਲੈਣ ਵਾਸਤੇ ਗਏ। ਪਹਿਲਾ ਘੋੜਾ ਲੈਣ ਗਏ, ਕਸੇਰੇ ਦਾ ਰੂਪ ਬਣਾਇਆ, ਘਾਈਏ ਦਾ। ਘਾਈਆ ਬਣ ਕੇ ਗਏ, ਦਰੋਗੇ ਦਾ ਵਿਸ਼ਵਾਸ ਜਿੱਤਿਆ, ਘੋੜਾ ਲਿਆ ਤੇ ਲਾਹੌਰ ਦੀ ਜਿਹੜੀ ਕਿਲੇ ਦੀ ਕੰਧ ਸੀ ਉਹਦੇ ਨਾਲ ਦਰਿਆ ਵਗਦੇ ਦੇ ਵਿੱਚ ਘੋੜਾ ਠਿੱਲਿਆ ਤੇ ਲੈ ਕੇ ਚਲੇ ਗਏ। ਘੋੜਾ ਲੈ ਜਦੋਂ ਇੱਧਰ ਮਾਲਵੇ ਵਿੱਚ 6ਵੇਂ ਪਾਤਸ਼ਾਹ ਉਹਨਾਂ ਦਿਨਾਂ ਵਿੱਚ ਬਿਰਾਜਮਾਨ ਸਨ, ਮਹਾਰਾਜ ਜੀ ਨੂੰ ਭੇਟ ਕੀਤਾ ਤੇ ਘੋੜਾ ਘਾਹ ਪੱਠਾ ਨਾ ਖਾਵੇ, ਕਿਉਂਕਿ ਇਹ ਜੋੜੇ ਦੇ ਘੋੜੇ ਸਨ, ਦਿਲਬਾਗ ਤੇ ਗੁਲਬਾਗ। ਗੁਲਬਾਗ ਆ ਗਿਆ, ਦਿਲਬਾਗ ਨਹੀਂ ਆਇਆ, ਤੇ ਘੋੜਾ ਘਾਹ ਪੱਠੇ ਨਾ ਖਾਵੇ। 2-3 ਦਿਨ ਬੀਤ ਗਏ ਵਿਯੋਗ ਵਿੱਚ।
ਤੇ ਛੇਵੇਂ ਪਾਤਸ਼ਾਹ ਨੇ ਆਖਿਆ ਬਿਧੀ ਚੰਦ ਘੋੜੇ ਦਾ ਦੁੱਖ ਮੇਰੇ ਕੋਲੋਂ ਵੇਖ ਨਹੀਂ ਹੁੰਦਾ, ਏਦਾਂ ਕਰ ਇਹਨੂੰ ਵਾਪਸ ਛੱਡਿਆ। ਜਾਂ ਫਿਰ ਦੂਜਾ ਵੀ ਲਿਆ। ਭਾਈ ਬਿਧੀ ਚੰਦ ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਹੈ, ਇਹ ਤਾਂ ਬਾਦਸ਼ਾਹ ਦਾ ਘੋੜਾ ਹੈ, ਮੈਂ ਤਾਂ ਰਾਜੇ ਇੰਦਰ ਦਾ ਘੋੜਾ ਉਹਦੀ ਸਵਰਗਪੁਰੀ ਚੋਂ ਕੱਢ ਲਿਆ ਵਾਂ, ਥਾਪੜਾ ਤੁਹਾਡਾ ਚਾਹੀਦਾ, ਦ੍ਰਿਸ਼ਟੀ ਤੁਹਾਡੀ ਚਾਹੀਦੀ ਹੈ। ਕਿੰਨਾ ਅਥਾਹ ਪਰਪੱਕ ਭਰੋਸਾ ਸੀ ਭਾਈ ਬਿਧੀ ਚੰਦ ਦੇ ਹਿਰਦੇ 'ਚ। ਮਨ 'ਚ ਇਹ ਨਹੀਂ ਸੋਚਿਆ ਵੀ ਇੱਕ ਘੋੜਾ ਲੈ ਕੇ ਆਇਆ, ਪਹਿਲਾਂ ਮੈਨੂੰ ਪਛਾਣ ਲੈਣਗੇ, ਬਾਦਸ਼ਾਹ ਦਾ ਘੋੜਾ ਸੀ, ਕੋਈ ਗੱਲ ਸਧਾਰਨ ਵੀ ਨਹੀਂ ਸੀ। ਉੱਥੇ ਸਿਪਾਹੀ, ਅਹਿਲਕਾਰ, ਦਰੋਗੇ ਸਭ ਪਛਾਣ ਲੈਣਗੇ। ਬਸ ਮਨ 'ਚ ਠਾਣੀ ਤੇ ਚਲੇ ਗਏ। ਇਹ ਕਾਰਜ ਗੁਰੂ ਦਾ, ਗੁਰੂ ਨੇ ਸਵਾਰਨਾ, ਮੈਨੂੰ ਤਾਂ ਵਡਿਆਈ ਦੇਣੀ ਹੈ। ਲਾਹੌਰ ਜਾ ਕੇ ਇੱਕ ਸਿੱਖ ਦੇ ਘਰ ਉਤਰੇ। ਸਿੱਖ ਨੂੰ ਆਖਿਆ ਸਿੱਖਾ ਮੈਨੂੰ ਇੱਕ ਸੰਗਲੀ ਚਾਹੀਦੀ ਆ ਤੇ ਕੋਈ ਵਾਹਵਾ 15-20 ਗਜ ਦੀ ਲੰਮੀ ਪੱਗ ਚਾਹੀਦੀ ਹੈ ਤੇ ਇੱਕ ਰਮਲੀਆਂ ਵਾਲੀ ਪੁਸ਼ਾਕ ਚਾਹੀਦੀ। ਰਮਲੀ ਜਿਹੜੇ ਲੋਕਾਂ ਦੀਆਂ ਗਵਾਚੀਆਂ ਗੁੰਮੀਆਂ ਚੀਜ਼ਾਂ ਬਾਰੇ ਦੱਸਦੇ, ਉਹ ਭੇਖ ਦਾੜੀ ਭਾਈ ਸਾਹਿਬ ਦੇ ਉਹਦੇ ਵਿੱਚੋਂ ਵਿਚਕਾਰੂ ਇੱਦਾਂ ਦੋ ਹਿੱਸਿਆਂ 'ਚ ਵੰਡ ਕੇ ਨਾ ਸੱਜੇ ਪਾਸੇ ਤੇ ਖੱਬੇ ਪਾਸੇ ਪੱਗ ਦੇ ਵਿੱਚ ਟੁੰਗ ਲਈ। ਇੱਥੋਂ ਠੋਡੀ ਜਿਹੜੀ ਹੁੰਦੀ ਆ ਉਹਦੇ ਵਿੱਚੋਂ ਇੱਕ ਚੀਰ ਜਿਹਾ ਕੱਢ ਲਿਆ ਤੇ ਲੰਮੀ ਜੀ ਚੌੜੀ ਜੀ ਪੱਗ ਇੱਧਰ ਰਾਜਸਥਾਨੀ ਜਿਹੜੇ ਰਮਲੀ ਹੁੰਦੇ ਨੇ ਉੱਦਾਂ ਦੀ ਬੰਨ੍ਹ ਲਈ। ਹੱਥ 'ਚ ਇੱਕ ਸੰਗਲੀ ਜੀ ਫੜ ਲਈ, ਇੱਦਾਂ ਘੁਮਾਈ ਜਾਣ। ਇੱਕ ਚੋਲਾ ਥੱਲੇ ਪਾਇਆ, ਇੱਕ ਦੂਜਾ ਉਹਦੇ ਤੇ ਫਿਰ ਛੋਟਾ, ਫਿਰ ਤੀਜਾ ਉਹਦੇ ਤੇ ਫਿਰ ਛੋਟਾ, ਇੱਦਾਂ ਦੀਆਂ 3 ਝੱਗੀਆਂ ਜੀਆਂ ਬਣਾ ਕੇ ਭਾਈ ਬਿਧੀ ਚੰਦ ਸਾਹਿਬ ਜੀ ਜਦੋਂ ਗਏ ਨਾ ਲਾਹੌਰ ਦੇ ਇੱਕ ਬਾਜ਼ਾਰ ਵਿੱਚ, ਐਨ ਕਿਲੇ ਦੀ ਕੰਧ ਦੇ ਕੋਲ, ਦਰਵਾਜ਼ੇ ਦੇ ਕੋਲ ਆ ਕੇ ਬਹਿ ਗਏ। ਆ ਜਾਓ ਵੀ ਜਿਹਨਾਂ ਦੀਆਂ ਚੀਜ਼ਾਂ ਗਵਾਚੀਆਂ ਚੀਜ਼ਾਂ ਲੱਭ ਦਿਉ। ਕਈ ਆ ਕੇ ਪੁੱਛਣ ਲੱਗੇ ਜਿਸ ਦੀ ਕੋਈ ਗਵਾਚੀ ਚੀਜ਼ ਜਿੱਥੇ ਭਾਈ ਸਾਹਿਬ ਦੱਸਣ ਉੱਥੇ ਹੀ ਮਿਲ ਜਾਇਆ ਕਰੇ। ਉਹੀ ਦਰੋਗਾ ਆ ਗਿਆ, ਉਹਨੇ ਆਖਿਆ ਵੀ ਸਾਡਾ ਵੀ ਇੱਕ ਕੰਮ ਹੈ, ਬਾਦਸ਼ਾਹ ਨਾਲ ਤੈਨੂੰ ਮਿਲਾਨਾ। ਕਹਿੰਦੇ ਲੈ ਚੱਲ। ਬਾਦਸ਼ਾਹ ਨੂੰ ਆਖਿਆ ਵੀ ਮੈਂ ਤੇਰੀ ਸਾਰੀ ਸਮੱਸਿਆ ਸਮਝ ਗਿਆ, ਘੋੜਾ ਤੇਰਾ ਕੌਣ ਲੈ ਕੇ ਗਿਆ, ਕਿਵੇਂ ਲੈ ਕੇ ਗਿਆ, ਕਿੱਥੇ ਲੈ ਕੇ ਗਿਆ, ਕਿਹਦੇ ਕੋਲ ਖੜਾ ਹੈ, ਲੈ ਕੇ ਕੌਣ ਗਿਆ, ਮੈਂ ਕੱਲੀ ਗੱਲ ਤੈਨੂੰ ਦੱਸੂ ਬਾਦਸ਼ਾਹ। ਪਰ ਮੈਨੂੰ ਪਹਿਲਾਂ ਸਾਰਾ ਉੱਦਾਂ ਦਾ ਮਾਹੌਲ ਬਣਾਉਣਾ ਪੈਣਾ ਹੈ ਵੀ ਉਹ ਰਾਤ ਦੇ ਵੇਲੇ ਲੈ ਕੇ ਗਿਆ। ਕਹਿੰਦੇ ਹਾਂ। ਕਹਿੰਦੇ ਫਿਰ ਆਪਾਂ ਰਾਤ ਹੀ ਵੇਲੇ ਇਹ ਕੰਮ ਕਰੀਏ। ਉਹ ਕਹਿੰਦੇ ਵੀ ਰਾਤ ਨੂੰ ਨਹੀਂ ਹੋ ਸਕਦਾ। ਕਹਿੰਦੇ ਫਿਰ ਦਿਨ ਨੂੰ ਹੀ ਰਾਤ ਬਣਾ ਦਿਓ। ਭਾਈ ਬਿਧੀ ਚੰਦ ਜੀ ਕਹਿੰਦੇ ਦਿਨ ਨੂੰ ਰਾਤ ਕਿਵੇਂ ਹੋ ਸਕਦੀ ਹੈ? ਕਹਿੰਦੇ ਲਾਹੌਰ ਸਾਰਾ ਬਾਜ਼ਾਰ ਬੰਦ ਕਰਾ ਦਿਓ, ਲੋਕਾਂ ਨੂੰ ਕਹੋ ਦਰਵਾਜ਼ੇ ਬੰਦ, ਬੂਹੇ ਬੰਦ, ਬਾਹਰ ਕੇ ਅੰਦਰ ਵੜ ਜਾਣ, ਇੱਦਾਂ ਸਮਝਣ ਵੀ ਰਾਤ ਪੈ ਗਈ। ਤੇ ਬਾਦਸ਼ਾਹ ਤੂੰ ਰਾਤ ਵੇਲੇ ਜਿਹੜੇ ਮਹਿਲ ਵਿੱਚ ਹੁੰਨਾ ਉੱਥੇ ਤੂੰ ਚਲਾ ਜਾਏ, ਜਿੰਨੇ ਦਰੋਗੇ ਜਿੰਨੇ ਸਿਪਾਹੀ ਸਾਰੇ ਆਪੋ ਆਪਣੇ ਆਸਣਾਂ ਤੇ ਚੱਲ ਜਾਣ, ਇਹ ਸਮਝੋ ਵੀ ਦਿਨ ਨਹੀਂ ਰਾਤ ਹੈ। ਸਭ ਸੁਣ ਕੇ ਮੰਨੀ ਜਾਣ। ਵੇਖੋ ਪਰਮੇਸ਼ਰ ਦੀ ਖੇਡ। ਪੜਦਾ ਜਦੋਂ ਪਾਣਾ ਹੁੰਦਾ ਰੱਬ ਨੇ ਅਕਲ ਤੇ ਪਾ ਦਿੰਦਾ। ਦਰਵਾਜ਼ੇ ਬੰਦ ਕਰ ਦਿੱਤੇ, ਡਿਉੜੀਆਂ ਬੰਦ ਕਰ ਦਿੱਤੀਆਂ, ਜਿੰਨੇ ਸਿਪਾਹੀ ਉਹ ਸਾਰੇ ਜਿਹੜੇ ਸਾਹਮਣੇ ਹਵਾਲਾਤਾਂ ਜੀਆਂ ਬਣੀਆਂ ਹੁੰਦੀਆਂ, ਕਮਰੇ ਬੰਦ, ਵੀ ਅੰਦਰੋਂ ਵੇਖ ਸਕਦੇ ਨੇ ਬਾਹਰ, ਪਰ ਬਾਹਰੋਂ ਤਾਲੇ ਲਾ ਕੇ ਕਹਿੰਦੇ ਚਾਬੀਆਂ ਦੇ ਦਿਓ ਮੈਨੂੰ। ਬਾਦਸ਼ਾਹ ਦੇ ਦਰਵਾਜ਼ੇ ਦੀਆਂ ਵੀ ਜਿਹੜੀਆਂ ਚਾਬੀਆਂ ਸਨ ਮਾਰ ਕੇ ਆਪਣੇ ਹੱਥੀਂ ਲੈ ਲਈਆਂ। ਹੁਣ ਵੇਖ ਰਹੇ ਨੇ ਸਾਰੇ ਅੰਦਰੋਂ। ਕਹਿੰਦੇ ਘੋੜਾ ਜਿਹੜਾ ਉਹ ਸ਼ਿੰਗਾਰੋ ਪਹਿਲਾਂ ਬਿਲਕੁਲ ਕਾਠੀ ਜਿਹੜੀ ਉਹਦੀ ਹੁੰਦੀ 1.25 ਲੱਖ ਰੁਪਏ ਵਾਲੀ, ਉਹ ਵੀ ਪਾਓ ਉਹਦੇ ਤੇ। ਜਿਵੇਂ ਪਹਿਲਾਂ ਘੋੜਾ ਗਿਆ ਇਨ ਬਿਨ ਉਸੇ ਤਰ੍ਹਾਂ ਸ਼ਿੰਗਾਰੋ। ਘੋੜਾ ਸ਼ਿੰਗਾਰ ਕੇ ਲੈ ਆਂਦਾ।
ਕਾਠੀ ਵੀ ਪਾ ਲਈ, ਉਹ ਵੀ ਬਾਦਸ਼ਾਹ ਦੀ ਕਾਠੀ 1.25 ਲੱਖ ਦੀ। ਘੋੜਾ ਵੀ ਸ਼ਿੰਗਾਰ ਲਿਆ, ਐਨ ਤਿਆਰ ਬਰ ਤਿਆਰ ਕਰਕੇ ਲੈ ਆਏ ਸਾਹਮਣੇ। ਭਾਈ ਬਿਧੀ ਚੰਦ ਸਾਹਿਬ ਕਹਿਣ ਲੱਗੇ, ਬਾਦਸ਼ਾਹ ਸੁਣਦਾ ਹੈ? ਕਹਿੰਦੇ ਹਾਂ। ਸੁਣ, ਤੇਰਾ ਪਹਿਲਾ ਘੋੜਾ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇਧਰ ਕਾਂਗੜ ਦੇ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ ਖੜਾ ਹੈ। ਲੈ ਕੇ ਜਾਣ ਵਾਲਾ ਬਿਧੀ ਚੰਦ ਹੈ ਉਹਦਾ ਨਾਂ। ਉਹ ਲੈ ਕੇ ਗਿਆ। ਕਿਵੇਂ ਲੈ ਕੇ ਗਿਆ ਮੈਂ ਹੁਣ ਤੈਨੂੰ ਦੱਸਦਾ। ਤੇ ਜੇ ਤੂੰ ਆਖਿਓ ਵੀ ਉਹ ਬਿਧੀ ਚੰਦ ਕੌਣ ਹੈ, ਉਹ ਬਿਧੀ ਚੰਦ ਮੈਂ ਹਾਂ, ਕਸੇਰਾ ਬਣ ਕੇ ਆਇਆ ਸਾਂ। ਆ ਵੇਖ, ਬਹਿਣ ਲੱਗਾ ਪਲਾਕੀ ਮਾਰ ਕੇ, ਏਦਾਂ ਬੈਠਾ ਸੀ ਪਹਿਲੇ ਘੋੜੇ ਤੇ ਵੀ। ਲੈ ਕੇ ਦਰ ਉਸ ਕਿਲੇ ਦੀ ਕੰਧ ਦੇ ਕੋਲ ਜਾ ਕੇ 2-4 ਵਾਰੀ ਘੋੜਾ ਠਿੱਲਿਆ, ਛਲਾਂਗ ਮਰਵਾਈ। ਕਹਿੰਦੇ ਉਹ ਜਿਹੜੀਆਂ ਚਾਬੀਆਂ ਪਹਿਲਾਂ ਦਰਿਆ 'ਚ ਸੁੱਟੀਆਂ ਪਰਲੇ ਪਾਸੇ, ਕਹਿੰਦੇ ਆਹ ਵੇਖ, ਏਦਾਂ ਲੈ ਕੇ ਗਿਆ ਸੀ ਤੇ ਦੂਜਾ ਵੀ ਲੈ ਕੇ ਚੱਲਿਆ। ਜੇ ਤੇਰੇ 'ਚ ਤਾਣ ਹੈ ਤੇ ਸਾਡੇ ਕੋਲੋਂ ਲੈ ਆਈ। ਹੁਣ ਉਹ ਸਾਰੇ ਬੰਦ ਸਨ, ਤਾਲੇ ਲੱਗੇ ਹੋਏ, ਕੌਣ ਜਾਵੇ ਪਹੁੰਚੇ ਕੌਣ। ਉਹ ਬਾਦਸ਼ਾਹ ਆਵਾਜ਼ਾਂ ਮਾਰੇ, ਉਹ ਫੜੋ ਇਹਨੂੰ। ਜਿੰਨੇ ਨੂੰ ਉਹਨਾਂ ਦਰਵਾਜ਼ੇ ਖੋਲ੍ਹਣੇ ਸਨ, ਜਿੰਨੇ ਨੂੰ ਉਹਨਾਂ ਨੇ ਤਾਲੇ ਤੋੜਨੇ ਸਨ, ਇਹਨੇ ਨੂੰ ਭਾਈ ਬਿਧੀ ਚੰਦ ਜੀ ਦਰਿਆ ਪਾਰ ਕਰਕੇ ਦੂਰ ਨਿਕਲੇ। ਤੇ ਜਾਂਦਿਆਂ ਆਹ ਪੰਗਤੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਇਹ ਕਥਾ ਲਿਖੀ ਹੈ। ਕਹਿੰਦੇ ਇਹ ਪੰਗਤੀ ਉਹ ਆਪਣੀ ਰਸਨਾ ਤੋਂ ਪੜ੍ਹਦੇ ਜਾ ਰਹੇ ਸਨ। ਜਲ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਇਹ ਪੜ੍ਹਦੇ ਜਾਣ, ਨਾਲੇ ਕਹੀ ਜਾਣ, ਗੁਰ ਮੇਰੇ ਸੰਗ ਸਦਾ ਹੈ ਨਾਲੇ, 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 ਗੁਰ ਮੇਰੇ ਸੰਗ ਸਦਾ ਹੈ ਨਾਲੇ। ਹਰ ਵੇਲੇ ਨਾਲ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਜਿਸ ਦੇ ਹਿਰਦੇ 'ਚ ਗੁਰੂ ਕਾ ਬਚਨ ਵਸਦਾ ਹੈ, ਉਹ ਬਚਨ ਐਸਾ ਕੀਮਤੀ ਹੈ ਵੀ ਉਹਨੂੰ ਜਲ ਡੋਬ ਨਹੀਂ ਸਕਦਾ, ਤਸਕਰ ਚੋਰੀ ਨਹੀਂ ਕਰ ਸਕਦਾ। ਪਾਹੇ ਨਾ ਸਾਕੈ ਜਾਲੇ, ਅੱਗ ਉਹਨੂੰ ਸਾੜ ਨਹੀਂ ਸਕਦੀ। ਪਾਹੇ ਨਾਮ ਹੁੰਦਾ ਅੱਗ ਦਾ, ਅੱਗ ਉਹਨੂੰ ਜਲਾ ਨਹੀਂ ਸਕਦੀ। ਰਹਾਉ, ਰਹਾਉ ਦਾ ਮਤਲਬ ਹੈ ਠਹਿਰਾਓ ਦੇ ਕੇ, ਵਿਰਾਮ ਦੇ ਕੇ। ਮੇਰੇ ਧਨ ਕੋ ਧਨ, ਆਂਦੋਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਕਹਿੰਦੇ ਜੈਸੇ ਨਿਰਧਨ ਨੂੰ ਧਨ ਦਾ ਆਸਰਾ ਹੁੰਦਾ ਹੈ। ਗਰੀਬ ਬੰਦੇ ਨੂੰ ਥੋੜੇ ਪੈਸੇ ਮਿਲ ਜਾਣ, ਉਹਦੇ ਵਿੱਚ ਉਹਦਾ ਆਸਰਾ ਉਹ ਹੈ। ਨਿਰਧਨ ਕੋ ਧਨ ਆਸਰਾ। ਅੰਨੇ ਬੰਦੇ ਨੂੰ ਟੋਹਣੀ ਮਿਲ ਜੇ, ਕੋਈ ਆਸਰਾ ਮਿਲ ਜੇ, ਉਹਨੂੰ ਉਹਦਾ ਆਸਰਾ। ਅੰਧਲੇ ਕੋ ਟੇਕ, ਤੇ ਬੱਚੇ ਨੂੰ ਮਾਂ ਦੇ ਦੁੱਧ ਨੂੰ ਉਹਦੀ ਟੇਕ ਉੱਥੋਂ ਹੈ। ਮਾਤ ਦੂਧ ਜੈਸੇ, ਮਾਤ ਦੂਧ ਜੈਸੇ ਬਾਲੇ। ਜਿਵੇਂ ਬਾਲਕ ਨੂੰ, ਬੱਚੇ ਨੂੰ ਮਾਂ ਦੇ ਦੁੱਧ ਦੀ ਟੇਕ ਹੈ, ਨਿਰਧਨ ਨੂੰ ਧਨ ਦੀ ਟੇਕ ਹੈ, ਅੰਨੇ ਨੂੰ ਲਕਟੀ ਦੀ ਟੇਕ ਹੈ, ਟੋਹਣੀ ਦੀ ਟੇਕ ਹੈ, ਡੰਗਡੋਰੀ ਦੀ ਟੇਕ ਹੈ। ਇਸੇ ਤਰ੍ਹਾਂ ਹੇ ਵਾਹਿਗੁਰੂ, ਮੈਨੂੰ ਤੇਰੇ ਨਾਮ ਦੀ ਟੇਕ ਹੈ। ਮੇਰੇ ਲਈ ਤੇਰਾ ਨਾਮ ਹੀ ਟੇਕ ਹੈ, ਨਾਮ ਹੀ ਆਸਰਾ ਹੈ। ਤੇਰਾ ਨਾਮ ਖੁੰਦ ਕਾਰਾ, ਤੇਰਾ ਨਾਮ ਖੁੰਦ ਕਾਰਾ, ਤੇਰਾ ਨਾਮ ਖੁੰਦ ਕਾਰਾ, ਤੇਰਾ ਨਾਮ ਖੁੰਦ ਕਾਰਾ, ਤੇਰਾ ਨਾਮ ਖੁੰਦ ਕਾਰਾ,
ਤੇਰਾ ਨਾਮ ਖੁੰਦਕਾਰਾ। ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਖੁੰਦਕਾਰਾ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਤੇਰਾ ਨਾਮ ਹੀ ਮੇਰੇ ਲਈ ਆਸਰਾ ਹੈ। ਸਾਗਰ ਮਹਿ ਬੋਹਿਥ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਕਿਰਪਾਲੂ ਦਾਤੇ ਨੇ ਮੇਰੇ ਤੇ ਕਿਰਪਾ ਕੀਤੀ ਹੈ। ਇਸ ਭਾਵ ਸਾਗਰ ਵਿੱਚ, ਸੰਸਾਰ ਸਮੁੰਦਰ ਵਿੱਚ ਮੈਨੂੰ ਡੁੱਬੇ ਜਾਂਦੇ ਨੂੰ ਮੇਰੇ ਸਾਹਿਬ ਨੇ ਆਪਣੇ ਚਰਨ ਕਮਲਾਂ ਦੇ ਜਹਾਜ਼ ਦਾ ਆਸਰਾ ਬਖਸ਼ਿਸ਼ ਕਰ ਦਿੱਤਾ ਹੈ। ਕਹਿੰਦੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ। ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਜਹਾਜ਼ ਮਿਲ ਗਿਆ ਇਸ ਸੰਸਾਰ ਸਮੁੰਦਰ ਵਿੱਚ ਨਾਮ ਦਾ। ਕਿਰਪਾਲੂ ਦਾਤੇ ਨੇ ਮੇਰੇ ਤੇ ਆਪਣੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।